ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹਲਾ ਤੀਜਾ। ਨਾਮ ਅਮੋਲਕ ਗੁਰਮੁਖ ਪਾਵੈ, ਨਾਮੋ ਸੇਵੇ ਨਾਮ ਸਹਿਜ ਸਮਾਵੈ। ਅੰਮ੍ਰਿਤ ਨਾਮ ਰਸਨਾ ਨਿਤ ਗਾਵੈ, ਜਿਸਨੋ ਕਿਰਪਾ ਕਰੇ ਸੋ ਹਰ ਰਸ ਪਾਵੈ। ਅਨ ਦਿਨ ਹਿਰਦੈ ਜਪੋ ਜਗਦੀਸਾ, ਗੁਰਮੁਖ ਪਾਵੋ ਪਰਮ ਪਦ ਸੂਖਾ। ਰਹਾਉ ਹਿਰਦੈ ਸੂਖ ਭਇਆ ਪਰਗਾਸ, ਗੁਰਮੁਖ ਗਾਵੈ ਸਚ ਗੁਣ ਤਾਸ। ਦਾਸਨ ਦਾਸ ਨਿਤ ਹੋਵੈ ਦਾਸ, ਗ੍ਰਹਿ ਕੁਟੰਬ ਮਹਿ ਸਦਾ ਉਦਾਸ। ਜੀਵਨ ਮੁਕਤ ਗੁਰਮੁਖ ਕੋ ਹੋਈ, ਪਰਮ ਪਦਾਰਥ ਪਾਵੈ ਸੋਈ। ਤ੍ਰੈ ਗੁਣ ਮੇਟੇ ਨਿਰਮਲ ਹੋਈ, ਸਹਿਜੇ ਸਾਚ ਮਿਲੈ ਪ੍ਰਭ ਸੋਈ। ਮੋਹ ਕੁਟੰਬ ਸਿਉ ਪ੍ਰੀਤ ਨਾ ਹੋਏ, ਜਾ ਹਿਰਦੈ ਵਸਿਆ ਸਚ ਸੋਏ। ਗੁਰਮੁਖ ਮਨ ਵੇਦਿਆ ਆਸਰ ਹੋਏ, ਹੁਕਮ ਪਛਾਣੈ ਬੂਝੈ ਸਚ ਸੋਏ। ਗੌੜੀ ਮਹਲਾ ਤੀਜਾ। ਨਾਮ ਅਮੋਲਕ ਗੁਰਮੁਖ ਪਾਵੈ, ਨਾਮੋ ਸੇਵੇ ਨਾਮ ਸਹਿਜ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਅਤੇ ਇਸ ਦੇ ਨਾਲ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਤੀਜੇ ਪਾਤਸ਼ਾਹ ਜਿਨ੍ਹਾਂ ਦੀ ਮਹਿਮਾ ਅਪਰੰਪਾਰ ਹੈ, ਭੱਟਾਂ ਨੇ ਸਤਿਗੁਰੂ ਦੇ ਬਾਰੇ 'ਚ ਲਿਖਿਆ ਹੈ, ਗੋਇੰਦਵਾਲ ਗੋਬਿੰਦਪੁਰੀ ਸਮ, ਜਲਨ ਤੀਰ ਵਿਪਾਸ ਬਨਾਇਓ। ਬਿਆਸ ਦਰਿਆ ਦੇ ਕੰਢੇ 'ਤੇ ਸਤਿਗੁਰੂ ਨੇ ਗੋਇੰਦਵਾਲ ਇੱਕ ਅਜਿਹਾ ਸਿੱਖੀ ਦਾ ਇਤਿਹਾਸਕ ਨਗਰ ਸਿਰਜਿਆ ਹੈ, ਜਿੱਥੇ ਸਿੱਖ ਧਰਮ ਦਾ ਪਹਿਲਾ ਤੀਰਥ ਬੌਲੀ ਸਾਹਿਬ ਹੈ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੋਇੰਦਵਾਲ ਨਗਰ ਐਸਾ ਸਿਰਜਿਆ ਹੈ ਜੋ ਗੋਬਿੰਦ ਦੇ ਪੁਰੀ ਭਾਵ ਬੈਕੁੰਠ ਦੇ ਹੀ ਸਮਾਨ ਹੈ। ਕਿਉਂ? ਬੈਕੁੰਠ ਉਸ ਅਸਥਾਨ ਦਾ ਨਾਮ ਹੈ ਜਿੱਥੇ ਜਾ ਕੇ ਮਨੁੱਖ ਨੂੰ ਜਮਾ ਦਾ ਡਰ ਖਤਮ ਹੋ ਜਾਂਦਾ ਹੈ, ਜਨਮ ਮਰਨ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਭੱਟਾਂ ਨੇ ਲਿਖਿਆ ਹੈ,
ਗੋਇੰਦਵਾਲ ਨਗਰ ਵੀ ਇੱਕ ਬੈਕੁੰਠ ਦੇ ਸਮਾਨ ਸਤਿਗੁਰੂ ਨੇ ਸਿਰਜਿਆ ਹੈ। ਜਿਵੇਂ ਬੈਕੁੰਠ ਦੇ ਵਿੱਚ ਜਾ ਕੇ ਕਾਲ ਨਹੀਂ ਪਹੁੰਚਦਾ, ਮੌਤ ਦਾ ਡਰ ਖਤਮ ਹੋ ਜਾਂਦਾ ਹੈ, ਇਸੇ ਤਰ੍ਹਾਂ ਜਿਹੜੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਵਸਾਏ ਨਗਰ ਗੋਇੰਦਵਾਲ ਦੇ ਵਿੱਚ ਗੁਰਸਿੱਖ ਮਾਈ ਭਾਈ ਰਹਿੰਦੇ ਸਨ, ਉਹਨਾਂ ਦਾ ਮੌਤ ਦਾ ਡਰ ਵੀ ਸਤਿਗੁਰੂ ਨੇ ਹਮੇਸ਼ਾ ਲਈ ਖਤਮ ਕਰ ਦਿੱਤਾ। ਇਤਿਹਾਸ ਵਿੱਚ ਇੱਕ ਐਸੀ ਘਟਨਾ ਆਉਂਦੀ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਸਿਮਰਨ ਦੇ ਵਿੱਚ ਬੈਠੇ ਸਨ। ਕਿਸੇ ਵਿਧਵਾ ਮਾਈ ਦੇ ਰੋਣ ਦੀ ਆਵਾਜ਼ ਕੰਨਾਂ ਵਿੱਚ ਪਈ। ਆਪਣੇ ਸੇਵਕ ਭਾਈ ਬੱਲੂ ਜੀ ਨੂੰ ਸਤਿਗੁਰੂ ਨੇ ਭੇਜਿਆ, ਜਾਓ ਜਾ ਕੇ ਪਤਾ ਕਰੋ ਕੌਣ ਰੋ ਰਿਹਾ ਹੈ। ਸੇਵਾਦਾਰ ਨੇ ਆ ਕੇ ਦੱਸਿਆ, ਸੱਚੇ ਪਾਤਸ਼ਾਹ ਇੱਕ ਵਿਧਵਾ ਮਾਈ ਦਾ ਇਕਲੌਤਾ ਪੁੱਤਰ ਚਲਾਣਾ ਕਰ ਗਿਆ, ਉਹ ਰੋ ਰਹੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਸੇਵਾਦਾਰ ਨੂੰ ਫਿਰ ਦੁਬਾਰਾ ਭੇਜਿਆ। ਕਹਿਣ ਲੱਗੇ, ਜਾਓ ਜਾ ਕੇ ਮਾਈ ਨੂੰ ਦਿਲਾਸਾ ਦਿਓ ਅਤੇ ਨਾਲ ਹੀ ਇਹ ਆਖੋ ਉਹ ਰੋਵੇ ਨਾ, ਵਾਹਿਗੁਰੂ ਦਾ ਸਿਮਰਨ ਕਰੇ। ਜਦੋਂ ਇਹ ਗੱਲ ਸਤਿਗੁਰੂ ਨੇ ਆਖੀ, ਉਹ ਮਾਈ ਹੋਰ ਵੀ ਜ਼ਾਰੋ ਜ਼ਾਰ ਰੋਣ ਲੱਗ ਪਈ। ਆਖਰ ਉਸਨੇ ਆਪਣੇ ਮਰੇ ਹੋਏ ਪੁੱਤਰ ਦੀ ਲਾਸ਼ ਚੁਕਵਾਈ, ਸਤਿਗੁਰੂ ਦੇ ਸਾਹਮਣੇ ਲਿਆ ਕੇ ਉਸ ਨੂੰ ਲਟਾ ਦਿੱਤਾ ਤੇ ਨਾਲ ਰੋ ਰੋ ਕੇ ਲੱਗੀ ਫਰਿਆਦ ਕਰਨ, ਸੱਚੇ ਪਾਤਸ਼ਾਹ ਤੁਸੀਂ ਸਮਰੱਥ ਗੁਰੂ ਹੋ, ਸਤਿਗੁਰ ਮੇਰਾ ਸਰਬ ਪ੍ਰਤ ਪਾਲੈ, ਸਤਿਗੁਰ ਮੇਰਾ ਮਾਰ ਜੀ ਵਾਲੈ, ਤੁਸੀਂ ਮੇਰੇ ਮਰੇ ਪੁੱਤਰ ਨੂੰ ਜਿਉਂਦਾ ਕਰ ਦਿਓ। ਇਹ ਤੀਆ ਚੜ੍ਹ ਕੇ ਮੇਰਾ ਪੁੱਤਰ ਮਰ ਗਿਆ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਲਾਂ ਤਾਂ ਉਸ ਮਾਈ ਦੇ ਮਰੇ ਹੋਏ ਪੁੱਤਰ ਨੂੰ ਜਿਉਂਦਾ ਕੀਤਾ, ਫਿਰ ਤੀਏ ਨੂੰ ਵੀ ਕੈਦ ਕਰਕੇ ਹਮੇਸ਼ਾ ਲਈ ਉਸ ਤੀਏ ਦਾ ਤਾਪ ਵੀ ਦੂਰ ਕਰ ਦਿੱਤਾ। ਅਤੇ ਤੀਸਰੇ ਨੰਬਰ 'ਤੇ ਸਤਿਗੁਰੂ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ, ਜਿੰਨਾ ਚਿਰ ਤੱਕ ਸਾਡਾ ਸਰੀਰ ਹੈ ਉਨਾ ਚਿਰ ਤੱਕ ਗੋਇੰਦਵਾਲ ਦੇ ਵਿੱਚ ਕੋਈ ਵੀ ਚੜ੍ਹਾਈ ਨਾ ਕਰੇ। ਤਕਰੀਬਨ 22 ਸਾਲ ਦੇ ਕਰੀਬ ਗੁਰੂ ਮਹਾਰਾਜ ਨੇ ਗੁਰਤਾ ਗੱਦੀ ਕੀਤੀ। ਉਨਾ ਚਿਰ ਤੱਕ ਗੋਇੰਦਵਾਲ ਸਾਹਿਬ ਜੀ ਦੇ ਅੰਦਰ ਕੋਈ ਵੀ ਪ੍ਰਾਣੀ ਚੜ੍ਹਾਈ ਨਹੀਂ ਸੀ ਕੀਤਾ। ਇਸ ਘਟਨਾ ਨੂੰ ਮੁੱਖ ਰੱਖਦਿਆਂ ਹੋਇਆਂ ਭੱਟਾਂ ਨੇ ਇਹ ਗੱਲ ਆਖੀ ਹੈ, ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਬਿਪਾਸ ਬਣਾਇਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਐਸਾ ਨਗਰ ਗੋਇੰਦਵਾਲ ਵਸਾਇਆ ਜਿੱਥੇ ਮੌਤ ਦਾ ਵੀ ਦੁੱਖ ਦੂਰ ਹੋ ਗਿਆ, ਅਤੇ ਨਾਲ ਹੀ ਬੌਲੀ ਸਾਹਿਬ ਇੱਕ ਐਸਾ ਤੀਰਥ ਸਿਰਜ ਦਿੱਤਾ, ਉਹਦੀਆਂ 84 ਪੌੜੀਆਂ ਬਣਾਈਆਂ ਅਤੇ ਸਤਿਗੁਰੂ ਮਹਾਰਾਜ ਨੇ ਆਗਿਆ ਕੀਤੀ, ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬੌਲੀ ਸਾਹਿਬ ਤੀਰਥ ਵਿੱਚ ਇੱਕ ਇੱਕ ਪੌੜੀ ਤੇ ਖਲੋ ਕੇ ਇੱਕ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰੇਗਾ, ਲਗਾਤਾਰ 84 ਪੌੜੀਆਂ ਤੇ 84 ਪਾਠ ਕਰਕੇ 84 ਵਾਰ ਹੀ ਬੌਲੀ ਸਾਹਿਬ ਦੇ ਅੰਦਰ ਸਣੇ ਕੇਸੀ ਚੁੱਭਾ ਲਾਵੇਗਾ, ਉਹਦੀ 84 ਕੱਟੀ ਜਾਵੇਗੀ। ਇਹ ਸਤਿਗੁਰੂ ਮਹਾਰਾਜ ਦੇ ਬਚਨ ਸਨ। ਇਸ ਲਈ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਬਾਰੇ ਭੱਟਾਂ ਨੇ ਇਸੇ ਲਈ ਫਿਰ ਆਖਿਆ ਹੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਐ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੇ ਵਰਗਾ ਕੋਈ ਦੇਵਤਾ, ਕੋਈ ਫਰਿਸ਼ਤਾ, ਕੋਈ ਪੀਰ ਪੈਗੰਬਰ ਨਹੀਂ ਹੋ ਸਕਿਆ ਜਿਸ ਨੇ ਆਪਣੇ ਹੁਕਮ ਦੇ ਨਾਲ ਕਾਲ ਨੂੰ ਹੀ ਬੰਦ ਕਰ ਦਿੱਤਾ ਹੋਵੇ ਅਤੇ 84 ਕੱਟਣ ਦੇ ਲਈ ਇਹ ਬੌਲੀ ਸਾਹਿਬ ਵਰਗਾ ਮਹਾਨ ਤੀਰਥ ਸਿਰਜ ਦਿੱਤਾ ਹੋਵੇ। ਇਸ ਲਈ ਇਹ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ। ਉਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਉਪਦੇਸ਼ ਆਰੰਭ ਹਨ।
ਹੁਣ ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਪਰਮ ਪਦਵੀ ਜੀਵਨ ਮੁਕਤੀ ਸਾਨੂੰ ਕਿਵੇਂ ਪ੍ਰਾਪਤ ਹੋ ਸਕਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਇਆ ਹੈ, ਆਨੰਦਨ ਹਿਰਦੈ ਜਪੋਂ ਜਗਦੀਸਾ ਗੁਰਮੁਖ ਪਾਵੋਂ ਪਰਮ ਪਦ ਸੂਖਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਗੁਰਮੁਖੋ, ਆਨੰਦਨ ਦਾ ਅਰਥ ਹੈ ਦਿਨ ਰਾਤ। ਅਸੀਂ ਦਿਨ ਰਾਤ ਭਾਵ ਲਗਾਤਾਰ ਉਸ ਜਗਤ ਦੇ ਈਸ਼ਵਰ, ਜਗਤ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਜਪਦੇ ਹਾਂ। ਗੁਰਮੁਖ ਪਾਵੋਂ ਪਰਮ ਪਦ ਸੂਖਾ। ਇਸੇ ਤਰੀਕੇ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਪਰਮ ਪਦਵੀ ਦੇ ਸੁੱਖ ਨੂੰ ਪ੍ਰਾਪਤ ਕਰ ਲਵਾਂਗੇ, ਕਿਉਂਕਿ ਜਿਹੜੇ ਗੁਰਸਿੱਖ ਮਾਈ ਭਾਈ ਰਾਤ ਦਿਨ ਉਸ ਪ੍ਰਭੂ ਦਾ ਸਿਮਰਨ ਕਰਦੇ ਹਨ ਤੇ ਕਰਦੇ ਵੀ ਸ਼ੁੱਧ ਹਿਰਦੇ ਨਾਲ ਹਨ, ਤੇ ਫਿਰ ਉਹਨਾਂ ਨੂੰ ਪਰਮ ਪਦਵੀ ਦਾ ਸੁੱਖ, ਜੀਵਨ ਮੁਕਤੀ ਦਾ ਆਨੰਦ, ਆਤਮਕ ਅਡੋਲ ਅਵਸਥਾ ਦਾ ਸੁੱਖ ਵੀ ਪ੍ਰਾਪਤ ਹੋ ਜਾਂਦਾ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਤੀਜਾ। ਨਾਮ ਅਮੋਲਕ ਗੁਰਮੁਖ ਪਾਵੈ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਮ ਅਮੋਲਕ, ਪਰਮੇਸ਼ਰ ਦਾ ਨਾਮ ਅਮੋਲਕ ਹੈ। ਅਮੋਲਕ ਦੇ ਤਿੰਨ ਅਰਥ ਮਹਾਂਪੁਰਖ ਕਰਦੇ ਸਨ। ਅਮੋਲਕ ਉਸ ਵਸਤੂ ਨੂੰ ਵੀ ਕਿਹਾ ਜਾਂਦਾ ਹੈ ਜਿਸ ਦਾ ਕੋਈ ਮੁੱਲ ਹੀ ਨਾ ਹੋਵੇ, ਭਾਵ ਕਿਸੇ ਦੇ ਕੋਲੇ ਕੋਈ ਵਾਧੂ ਚੀਜ਼ ਪਈ ਹੋਵੇ, ਬੇਲੋੜੀ ਚੀਜ਼ ਪਈ ਹੋਵੇ, ਬਿਨਾਂ ਮੁੱਲ ਤੋਂ ਹੀ ਕੋਈ ਚੀਜ਼ ਪਈ ਹੋਵੇ, ਉਹਨੂੰ ਵੀ ਅਮੋਲਕ ਕਿਹਾ ਜਾਂਦਾ ਹੈ। ਦੂਸਰੇ ਨੰਬਰ ਤੇ ਅਮੋਲਕ ਦਾ ਅਰਥ ਹੈ ਜਿਸ ਦਾ ਕੋਈ ਮੁੱਲ ਹੀ ਨਾ ਹੋਵੇ, ਉਸ ਨੂੰ ਵੀ ਅਮੋਲਕ ਕਿਹਾ ਜਾਂਦਾ ਹੈ। ਤੀਸਰੇ ਨੰਬਰ ਤੇ ਅਮੋਲਕ ਉਸ ਨੂੰ ਕਿਹਾ ਜਾਂਦਾ ਹੈ ਜਿਹੜੀ ਬਹੁਤ ਹੀ ਦੁਰਲਭ ਵਸਤੂ ਹੋਵੇ, ਜਿਵੇਂ ਹੀਰੇ ਰਤਨ ਜਵਾਹਰਾਤ, ਉਹਨਾਂ ਨੂੰ ਵੀ ਅਮੋਲਕ ਕਿਹਾ ਜਾਂਦਾ ਹੈ। ਇੱਥੇ ਤੀਸਰੇ ਨੰਬਰ ਤੇ ਭਾਵ ਬਹੁਤ ਹੀ ਵੱਡੀ ਕੀਮਤ ਰੱਖਣ ਵਾਲਾ ਪਰਮੇਸ਼ਰ ਦਾ ਨਾਮ ਹੈ, ਉਹ ਅਰਥ ਢੁਕਦਾ ਹੈ। ਨਾਮ ਅਮੋਲਕ, ਹਜ਼ੂਰ ਕਹਿੰਦੇ ਵਾਹਿਗੁਰੂ ਦਾ ਨਾਮ ਬੜਾ ਹੀ ਅਮੋਲਕ ਹੈ, ਭਾਵ ਬੇਸ਼ਕੀਮਤ ਵਾਲਾ ਹੈ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਾਮ ਤੁਲ ਕਛ ਅਵਰ ਨਾ ਹੋਏ। ਨਾਮ ਐਸਾ ਸਾਧਨ ਹੈ, ਇਹਦੇ ਵਰਗਾ ਹੋਰ ਕੋਈ ਸਾਧਨ ਨਹੀਂ ਹੈ। ਇਸ ਲਈ ਹਜ਼ੂਰ ਫਰਮਾਉਂਦੇ ਨੇ, ਵਾਹਿਗੁਰੂ ਦਾ ਨਾਮ ਅਮੋਲਕ ਹੈ, ਬੇਸ਼ਕੀਮਤ ਵਾਲਾ ਇੱਕ ਰਤਨ ਹੈ। ਗੁਰਮੁਖ ਭਾਵੈ, ਪਰ ਗੁਰੂ ਦੀ ਕਿਰਪਾ ਦੇ ਨਾਲ ਹੀ ਇਸ ਨੂੰ ਕੋਈ ਪ੍ਰਾਪਤ ਕਰ ਸਕਦਾ ਹੈ। ਨਾਮੋ ਸੇਵੇ ਨਾਮ ਸਹਿਜ ਸਮਾਵੈ। ਤੇ ਜਿਸ ਨੂੰ ਇਹ ਨਾਮ ਦੀ ਦਾਤ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋ ਜਾਂਦੀ ਹੈ, ਨਾਮੋ ਸੇਵੇ, ਫਿਰ ਉਹ ਨਾਮ ਦੀ ਹੀ ਸੇਵਾ ਕਰਦਾ ਹੈ, ਕਿਉਂਕਿ ਨਾਮ ਹੀ ਇਸ਼ਟ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਮ ਸਰੂਪ ਨੇ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਅਮੋਲਕ ਹੈ, ਪਰ ਕੋਈ ਵਿਰਲਾ ਹੀ ਗੁਰਮੁਖ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕਰਦਾ ਹੈ, ਫਿਰ ਉਹ ਨਾਮ ਨੂੰ ਹੀ ਸੇਵਦਾ ਹੈ ਤੇ ਨਾਮ ਸਹਿਜ ਸਮਾਵੈ। ਨਾਮ ਦਾ ਅਭਿਆਸ ਕਰਕੇ ਤੇ ਫਿਰ ਉਹ ਸਹਿਜ ਸਮਾਵੈ। ਜਿਹੜੀ ਆਤਮਕ ਅਡੋਲ ਅਵਸਥਾ ਹੈ, ਤੁਰੀਆ ਅਵਸਥਾ ਹੈ, ਚੌਥਾ ਪਦ ਉਹਦੇ ਵਿੱਚ ਲੀਨ ਹੋ ਜਾਂਦਾ। ਅੰਮ੍ਰਿਤ ਨਾਮ ਰਸਨਾ ਨਿਤ ਗਾਵੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿੱਥੇ ਗੁਰਮੁਖ ਵਿਅਕਤੀ ਨਾਮ ਦੇ ਨਾਲ ਜੁੜਿਆ ਹੋਇਆ ਹੈ, ਅੰਮ੍ਰਿਤ ਨਾਮ ਰਸਨਾ ਨਿਤ ਗਾਵੈ, ਉਹ ਆਪਣੀ ਰਸਨਾ ਤੋਂ ਵੀ ਅੰਮ੍ਰਿਤ ਨਾਮ ਨੂੰ ਹਮੇਸ਼ਾ ਲਈ ਗਾਉਂਦਾ ਹੈ। ਇੱਕ ਤਾਂ ਹੁੰਦਾ ਨਾ ਜਪਣਾ, ਇੱਥੇ ਸਤਿਗੁਰੂ ਕਹਿੰਦੇ ਨੇ ਉਹ ਗਾਉਂਦਾ ਵੀ ਹੈ। ਜਿਵੇਂ ਕਈ ਪ੍ਰੇਮੀ ਰਲ ਕੇ
ਸਿਮਰਨ ਕਰਦੇ ਹਨ ਤੇ ਨਾਲ ਸੰਗੀਤ ਦਾ ਵੀ ਪ੍ਰਯੋਗ ਕਰਦੇ ਨੇ। ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਇਸ ਢੰਗ ਦੇ ਨਾਲ ਹਜ਼ੂਰ ਕਹਿੰਦੇ ਉਹ ਗੁਰਮੁਖ ਵਿਅਕਤੀ ਆਪਣੀ ਰਸਨਾ ਤੋਂ ਅੰਮ੍ਰਿਤ ਨਾਮ ਨੂੰ ਹਮੇਸ਼ਾ ਗਾਉਂਦਾ ਵੀ ਹੈ। ਜਿਸਨੋਂ ਕਿਰਪਾ ਕਰੇ ਸੋ ਹਰ ਰਸ ਪਾਵੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਉਤੇ ਮੇਰਾ ਵਾਹਿਗੁਰੂ ਕਿਰਪਾ ਕਰ ਦੇਵੇ ਸੋ ਹਰ ਰਸ ਪਾਵੈ। ਉਸ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਵੀ ਪ੍ਰਾਪਤ ਕਰ ਲੈਂਦਾ ਹੈ, ਕਿਉਂਕਿ ਜਪਦੇ ਤਾਂ ਸਾਰੇ ਹੀ ਨੇ ਪਰ ਰਸ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦਾ ਹੈ। ਸਤਿਗੁਰੂ ਦੇ ਬਚਨ ਨੇ, ਜਿਸ ਦੇਵੈ ਪੁਰਖ ਵਿਧਾਤਾ ਹਰ ਰਸ ਤਿਨਹੀ ਜਾਤਾ, ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਨੀ ਪਾਇਆ। ਰਸ ਉਸੇ ਨੂੰ ਪ੍ਰਾਪਤ ਹੁੰਦਾ ਹੈ ਜਿਸ ਉਤੇ ਮੇਰਾ ਮਾਲਕ ਕਿਰਪਾ ਕਰ ਦੇਵੇ। ਅਨ ਦਿਨ ਹਿਰਦੈ ਜਪੋ ਜਗਦੀਸਾ, ਗੁਰਮੁਖ ਪਾਵੋ ਪਰਮ ਪਦ ਸੂਖਾ ਰਹਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤੇ ਰਾਤ ਦਿਨ ਉਸ ਜਗਤ ਦੇ ਮਾਲਕ ਦਾ ਹਿਰਦੇ ਵਿੱਚ ਸਿਮਰਨ ਕਰਦੇ ਹਾਂ। ਗੁਰਮੁਖ ਪਾਵੋ ਪਰਮ ਪਦ ਸੂਖਾ, ਇਹਦੇ ਨਾਲ ਹੀ ਗੁਰੂ ਦੀ ਕਿਰਪਾ ਨਾਲ ਅਸੀਂ ਪਰਮ ਪਦਵੀ ਦੇ ਸੁੱਖ ਨੂੰ, ਉਸ ਪਰਮ ਪਦਵੀ ਦੇ ਉਸ ਮਹਾਨ ਆਨੰਦ ਨੂੰ ਪ੍ਰਾਪਤ ਕਰ ਲਵਾਂਗੇ। ਹਿਰਦੈ ਸੂਖ ਭਇਆ ਪਰਗਾਸ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਵੀ ਇਸ ਤਰ੍ਹਾਂ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਤੇ ਨਾਲ ਹੀ ਸਿਮਰਨ ਕਰਦਿਆਂ ਹੋਇਆਂ ਹਿਰਦਾ ਸੂਖ ਪਿਆ ਪ੍ਰਗਾਸ। ਸਾਡੇ ਹਿਰਦੇ ਵਿੱਚ ਜਿਹੜਾ ਸੂਖ ਉਹ ਖੱਖੇ ਨੂੰ ਔਂਕੜ ਹੈ, ਇਸ ਲਈ ਉਹ ਖਾਸ ਵਿਸ਼ੇਸ਼ ਸੁਖ ਆਤਮਿਕ ਸੁਖ ਵੱਲ ਇਸ਼ਾਰਾ ਹੈ। ਹਿਰਦਾ ਸੂਖ ਪਿਆ ਪ੍ਰਗਾਸ ਵੀ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਹਿਰਦੇ ਵਿੱਚ ਆਤਮਿਕ ਸੁਖ ਦਾ ਪ੍ਰਕਾਸ਼ ਹੋ ਗਿਆ ਹੈ। ਗੁਰਮੁਖ ਗਾਵਹਿ ਸਚ ਗੁਣ ਤਾਸ। ਤੇ ਜਿਹੜੇ ਗੁਰਮੁਖ ਵਿਅਕਤੀ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਆਤਮਿਕ ਸੁਖ ਦਾ ਗਿਆਨ ਪ੍ਰਗਟ ਹੋ ਗਿਆ ਹੈ, ਗੁਰਮੁਖ ਗਾਵਹਿ ਸਚ ਗੁਣ ਤਾਸ। ਉਹ ਗੁਰਮੁਖ ਵਿਅਕਤੀ ਉਹ ਸੱਚੇ ਤੇ ਗੁਣਾਂ ਦੇ ਤਾਸ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਹਮੇਸ਼ਾ ਲਈ ਗਾਉਂਦੇ ਰਹਿੰਦੇ ਹਨ। ਦਾਸਨ ਦਾਸ ਨਿਤ ਹੋਵਹਿ ਦਾਸ। ਫਿਰ ਉਹਨਾਂ ਦੇ ਮਨ ਦੇ ਵਿੱਚ ਕਦੇ ਹੰਕਾਰ ਨਹੀਂ ਪੈਦਾ ਹੁੰਦਾ। ਉਹ ਦਾਸਨ ਦਾਸ ਬਣ ਕੇ, ਭਾਵ ਦਾਸਾਂ ਦੇ ਦਾਸ ਬਣ ਕੇ, ਉਹਨਾਂ ਦੇ ਵੀ ਹੋਰ ਛੋਟੇ ਦਾਸ ਬਣ ਕੇ ਹਮੇਸ਼ਾ ਲਈ ਸੇਵਾ ਭਾਵ ਦੇ ਵਿੱਚ ਰਹਿੰਦੇ ਹਨ। ਗ੍ਰਹਿ ਕੁਟੰਬ ਮਹਿ ਸਦਾ ਉਦਾਸ। ਕਿਉਂਕਿ ਇੱਕ ਤਾਂ ਦਾਸ ਹੁੰਦੇ ਨੇ ਜਿਹੜੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ, ਇੱਕ ਉਹਨਾਂ ਦੇ ਦਾਸ ਹੁੰਦੇ ਨੇ ਜਿਹੜੇ ਉਹਨਾਂ ਦੇ ਗੜਵਈ ਜਾਂ ਸੇਵਾਦਾਰ, ਅੱਗੇ ਉਹਨਾਂ ਦੇ ਵੀ ਦਾਸ ਬਣ ਜਾਣਾ, ਤੀਸਰੇ ਨੰਬਰ ਤੇ ਦਾਸ ਬਣਨਾ ਹੈ। ਇਸੇ ਲਈ ਹਜ਼ੂਰ ਕਹਿੰਦੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦੇ ਮਨ ਦੇ ਵਿੱਚ ਅਤੀ ਨਿਮਰਤਾ ਆ ਜਾਂਦੀ ਹੈ। ਸ਼ਸ਼ਾ ਸ਼ੁਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਨੀ ਹਾਰੇ। ਸ਼ਸ਼ਾ ਸ਼ਾਰ ਹੋ ਤੇਰੀ ਸੰਤਾ, ਆਪਣੀ ਕਿਰਪਾ ਕਰੋ ਭਗਵੰਤਾ। ਇਹ ਗੁਰਮਤਿ ਦਾ ਸਿਧਾਂਤ ਹੈ। ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਜਿੱਥੈ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ੀਸ। ਨਿਮਰਤਾ ਇੱਕ ਸਿੱਖੀ ਦਾ ਮਹਾਨ ਗੁਣ ਹੈ। ਹਜ਼ੂਰ ਕਹਿੰਦੇ ਨੇ ਦਾਸਨ ਦਾਸ ਨਿਤ ਹੋਵਹਿ ਦਾਸ। ਉਹ ਜਿਹੜੇ ਪਹਿਲਾਂ ਹੀ ਦਾਸਨ ਦਾਸ ਬਣੇ ਹੋਏ ਨੇ ਉਹਨਾਂ ਦੇ ਵੀ ਅੱਗੇ ਦਾਸ ਬਣ ਜਾਂਦੇ ਹਨ। ਗ੍ਰਹਿ ਕੁਟੰਬ ਮੈਂ ਸਦਾ ਉਦਾਸ। ਫਿਰ ਉਹ ਆਪਣੇ ਘਰ ਵਿੱਚ ਵੀ ਰਹਿੰਦੇ ਨੇ, ਪਰਿਵਾਰ ਵਿੱਚ ਵੀ ਵਿਚਰਦੇ ਨੇ, ਪਰ ਸਦਾ ਉਦਾਸ, ਹਮੇਸ਼ਾ ਲਈ ਉਦਾਸ ਹੋ ਕੇ, ਨਿਰਮੋਹ ਹੋ ਕੇ, ਬਰਾਕਤ ਹੋ ਕੇ, ਅਸੰਗ ਹੋ ਕੇ ਵਿਚਰਦੇ ਨੇ। ਜਿਵੇਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਜੈਸੇ ਜਲ ਮੈਂ ਕਵਲ ਨਰਾਲੋਂ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਕਲਗੀਧਰ ਪਾਤਸ਼ਾਹ ਦੇ ਵੀ ਬੜੇ ਸੁੰਦਰ ਬਚਨ ਨੇ। ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇਉਂ ਘਰ ਤੇ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਮਨ ਕਰਕੇ ਹਮੇਸ਼ਾ ਲਈ ਉਦਾਸ ਰਹਿੰਦੇ ਹਨ। ਜੀਵਨ ਮੁਕਤ ਗੁਰਮੁਖ ਕੋ ਹੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਹੀ ਗੁਰਮੁਖ ਜਨ ਜੀਵਨ ਮੁਕਤ ਹੁੰਦਾ ਹੈ।
ਜੀਵਨ ਮੁਕਤ ਉਸ ਨੂੰ ਕਹਿੰਦੇ ਨੇ ਜਿਹੜਾ ਜਿਉਂਦੇ ਜੀ ਸਭ ਤਰ੍ਹਾਂ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਵੇ। ਹਜ਼ੂਰ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਹੀ ਜੀਵਨ ਮੁਕਤ ਹੁੰਦਾ ਹੈ। ਪਰਮ ਪਦਾਰਥ ਪਾਵੈ ਸੋਈ। ਤੇ ਉਹੀ ਜਿਹੜਾ ਜੀਵਨ ਮੁਕਤ ਹੈ ਉਹੀ ਅੱਗੇ ਪਰਮ ਪਦਾਰਥ ਕੀ ਹੈ? ਮੁਕਤੀ। ਜਿਹੜਾ ਜੀਵਨ ਮੁਕਤ ਪੁਰਸ਼ ਹੈ ਉਹ ਪਰਮ ਪਦਾਰਥ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਕੇਵਲ ਮੁਕਤੀ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ। ਜਿਹੜਾ ਜੀਵਨ ਮੁਕਤ ਪਹਿਲਾਂ ਹੀ ਜੀਵਨ ਮੁਕਤ ਹੁੰਦਾ ਹੈ ਉਹ ਸਰੀਰ ਛੱਡਣ ਤੋਂ ਬਾਅਦ ਪਰਮ ਪਦਾਰਥ ਦਾ ਅਰਥ ਹੈ ਉਹ ਕੇਵਲ ਮੁਕਤੀ ਨੂੰ ਵੀ ਪ੍ਰਾਪਤ ਕਰ ਲੈਂਦਾ ਹੈ। ਤ੍ਰੈ ਗੁਣ ਮੇਟੇ ਨਿਰਮਲ ਹੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹ ਤਿੰਨਾਂ ਗੁਣਾਂ ਨੂੰ ਮੇਟ ਕੇ ਤੇ ਐਨ ਨਿਰਮਲ ਹੋ ਜਾਂਦੇ ਨੇ। ਭਾਵ ਤਿੰਨ ਗੁਣ ਨੇ ਰਜੋ ਸਤੋ ਤਮੋ, ਇਹਨਾਂ ਦੇ ਵਿੱਚ ਮੈਲ ਹੈ ਤੇ ਔਰ ਇਹ ਤਿੰਨੇ ਗੁਣਾਂ ਦੀ ਅਵਸਥਾ ਨੂੰ ਛੱਡ ਕੇ ਉਹ ਨਿਰਮਲ ਹੋਈ। ਜਿਹੜਾ ਨਿਰਮਲ ਪਦ ਹੈ ਤੁਰੀਆ ਪਦ ਤਿਰਗੁਣ ਅਤੀਤ, ਉੱਥੇ ਜਾ ਕੇ ਮਹਾਨ ਨਿਰਮਲ ਜੀਵਨ ਨੂੰ ਪ੍ਰਾਪਤ ਕਰਦੇ ਹਨ। ਸਹਜੇ ਸਾਚ ਮਿਲੈ ਪ੍ਰਭ ਸੋਈ। ਤੇ ਫਿਰ ਸਹਿਜੇ ਸਹਿਜੇ ਉਹ ਸੱਚੇ ਨਾਮ ਦੁਆਰਾ ਮਿਲੈ ਪ੍ਰਭ ਸੋਈ, ਉਹ ਵਾਹਿਗੁਰੂ ਪਰਮੇਸ਼ਰ ਵੀ ਉਹਨਾਂ ਨੂੰ ਮਿਲ ਜਾਂਦਾ ਹੈ। ਭਾਵ ਜਦੋਂ ਤਿਰਗੁਣ ਅਤੀਤ ਅਵਸਥਾ ਦੇ ਵਿੱਚ ਉਹ ਪਹੁੰਚ ਜਾਂਦੇ ਨੇ, ਸਹਿਜੇ ਸਾਚ ਮਿਲੈ ਪ੍ਰਭ ਸੋਈ, ਫਿਰ ਉਹ ਸਹਿਜੇ ਸਹਿਜੇ ਸੱਚਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਆਪ ਹੀ ਆ ਕੇ ਮਿਲ ਜਾਂਦਾ ਹੈ। ਮੋਹ ਕੁਟੰਬ ਸਿਉ ਪ੍ਰੀਤ ਨਾ ਹੋਏ। ਜਿਹੜੇ ਐਸੇ ਮਹਾਂਪੁਰਖ ਨੇ ਭਾਵੇਂ ਰਹਿੰਦੇ ਪਰਿਵਾਰ ਵਿੱਚ ਹੀ ਨੇ, ਮੋਹ ਕੁਟੰਬ ਸਿਉ ਪ੍ਰੀਤ ਨਾ ਹੋਏ, ਪਰਿਵਾਰ ਦੇ ਮੋਹ ਦੇ ਨਾਲ ਕੋਈ ਉਹਨਾਂ ਦੀ ਮੁਹੱਬਤ ਨਹੀਂ ਹੁੰਦੀ। ਇਹਦਾ ਮਤਲਬ ਇਹ ਹੈ ਉਹ ਪਰਿਵਾਰ ਵਿੱਚ ਰਹਿ ਕੇ ਆਪਣੇ ਜਿਹੜੇ ਪਰਿਵਾਰਕ ਫਰਜ਼ ਨੇ ਉਹ ਜ਼ਰੂਰ ਪੂਰੇ ਕਰਦੇ ਨੇ। ਬੱਚਿਆਂ ਦੀ ਪਾਲਣਾ ਪੋਸ਼ਣਾ ਪੜ੍ਹਾਈ ਹੋਰ ਸਾਰਾ ਉਹਨਾਂ ਦਾ ਇੰਤਜ਼ਾਮ ਕਰਦੇ ਨੇ, ਪਰ ਮਨ ਕਰਕੇ ਉਹ ਹਮੇਸ਼ਾ ਲਈ ਅਸੰਗ ਰਹਿੰਦੇ ਨੇ। ਪਰਿਵਾਰ ਦੇ ਮੋਹ ਦੇ ਨਾਲ ਵੀ ਉਹਨਾਂ ਦੀ ਪ੍ਰੀਤੀ ਨਹੀਂ ਹੁੰਦੀ। ਜਾਂ ਹਿਰਦੈ ਵਸਿਆ ਸੱਚ ਸੋਏ। ਕਿਉਂਕਿ ਜਦੋਂ ਉਹਨਾਂ ਦੇ ਹਿਰਦੇ ਵਿੱਚ ਉਹ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਵਸ ਜਾਂਦਾ ਹੈ ਤੇ ਫਿਰ ਉਹਦੇ ਹੀ ਪ੍ਰੇਮ ਦੇ ਵਿੱਚ ਮਗਨ ਰਹਿੰਦੇ ਨੇ, ਤੇ ਫਿਰ ਪਰਿਵਾਰ ਦੇ ਮੋਹ ਦੇ ਨਾਲ ਉਹਨਾਂ ਦੀ ਕੋਈ ਮੁਹੱਬਤ ਹੁੰਦੀ ਹੀ ਨਹੀਂ ਹੈ। ਗੁਰਮੁਖ ਮਨ ਵਿਦਿਆ ਅਸਿਰ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਗੁਰਮੁਖਾਂ ਨੇ ਗੁਰੂ ਸ਼ਬਦ ਦੀ ਕਣੀ ਦੇ ਨਾਲ ਆਪਣੇ ਮਨ ਨੂੰ ਵਿੰਨ ਲਿਆ ਹੈ। ਜਿਵੇਂ ਹੀਰੇ ਨੂੰ ਹੀਰਾ ਵਿੰਨ ਦਿੰਦਾ ਹੈ, ਇਸੇ ਤਰ੍ਹਾਂ ਗੁਰੂ ਸ਼ਬਦ ਦੀ ਕਣੀ ਨਾਲ ਉਹਨਾਂ ਨੇ ਆਪਣੇ ਮਨ ਨੂੰ ਵਿੰਨ ਲਿਆ ਹੈ, ਅਸਰ ਹੋਏ। ਇਸੇ ਲਈ ਉਹਨਾਂ ਦਾ ਮਨ ਹਮੇਸ਼ਾ ਲਈ ਅਡੋਲ ਹੋ ਜਾਂਦਾ ਹੈ, ਅਚਲ ਹੋ ਜਾਂਦਾ ਹੈ। ਹੁਕਮ ਪਛਾਣੈ ਬੂਝੈ ਸੱਚ ਸੋਏ। ਤੇ ਫਿਰ ਉਹ ਗੁਰਮੁਖ ਵਿਅਕਤੀ ਵਾਹਿਗੁਰੂ ਦੇ ਹੁਕਮ ਨੂੰ ਵੀ ਪਛਾਣ ਲੈਂਦਾ ਹੈ। ਭਾਵ ਜੋ ਵੀ ਕੁਝ ਸੰਸਾਰ ਦੇ ਵਿੱਚ ਹੋ ਰਿਹਾ ਹੈ ਨਾ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਜੇ ਸੂਰਜ ਚੜ੍ਹਦਾ ਹੈ, ਛਿਪਦਾ ਹੈ, ਹਵਾ ਆਉਂਦੀ ਹੈ, ਚੱਲਦੀ ਹੈ, ਦਰਿਆ ਵਗਦੇ ਨੇ, ਇਹ ਸਭ ਕੁਝ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਉਹ ਗੁਰਮੁਖ ਉਸ ਹੁਕਮ ਨੂੰ ਪਛਾਣ ਲੈਂਦਾ ਹੈ। ਬੂਝੈ ਸੱਚ ਸੋਏ, ਤੇ ਫਿਰ ਅੱਗੇ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਵੀ ਸਮਝ ਲੈਂਦਾ ਹੈ। ਤੂੰ ਕਰਤਾ ਮੈਂ ਅਵਰ ਨਾ ਕੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਉਸ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਆਖਦੇ ਨੇ, ਤੂੰ ਕਰਤਾ ਹੈ ਵਾਹਿਗੁਰੂ ਜੀ, ਤੂੰ ਹੀ ਕਰਤਾ ਪੁਰਖ ਹੈ, ਤੂੰ ਹੀ ਸਿਰਜਣਹਾਰ ਹੈ, ਤੂੰ ਹੀ ਪਰਮ ਪਿਤਾ ਹੈ, ਮੈਂ ਅਵਰ ਨਾ ਕੋਏ। ਇਸ ਲਈ ਮੇਰੇ ਵਾਸਤੇ ਤੇਰੇ ਬਿਨਾ ਹੋਰ ਕੋਈ ਵੀ ਮੇਰਾ ਮਾਲਕ ਤੇ ਵਾਰਸ ਨਹੀਂ ਹੈ। ਤੁਝ ਸੇਵੀ ਤੁਝ ਤੇ ਪਤ ਹੋਏ। ਹਾਂ, ਤੁਝ ਸੇਵੀ ਜਿਹੜੇ ਤੈਨੂੰ ਸੇਵਦੇ ਨੇ, ਤੇਰੀ ਕਿਰਪਾ ਦੇ ਨਾਲ ਹੀ ਉਹਨਾਂ ਨੂੰ ਪਤ ਹੋਏ, ਲੋਕ ਤੇ ਪ੍ਰਲੋਕ ਦੀ ਇੱਜ਼ਤ ਪ੍ਰਾਪਤ ਹੋ ਜਾਂਦੀ ਹੈ। ਕਿਰਪਾ ਕਰਹਿ ਗਾਵਾਂ ਪ੍ਰਭ ਸੋਏ। ਹੇ ਵਾਹਿਗੁਰੂ, ਜੇ ਤੂੰ ਕਿਰਪਾ ਕਰ ਦੇਵੇਂ ਤੇ ਤਾਂ ਹੀ ਮੈਂ ਆਪ ਜੀ ਦੇ ਜਸ ਨੂੰ ਗਾ ਸਕਦਾ ਹਾਂ। ਨਾਮ ਰਤਨ ਜਗ ਮੈਂ ਸਭ ਜਗ ਮਹਿ ਲੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਿਰਪਾ ਕਰਹਿ ਗਾਵਾਂ ਪ੍ਰਭ ਸੋਏ। ਜੇ ਵਾਹਿਗੁਰੂ ਕਿਰਪਾ ਕਰ ਦੇਵੇ
ਤੇ ਫਿਰ ਉਸ ਵਾਹਿਗੁਰੂ ਦੇ ਜਸ ਨੂੰ ਅਸੀਂ ਗਾ ਸਕਦੇ ਹਾਂ। ਨਾਮ ਰਤਨ ਸਭ ਜਗ ਮਹਿ ਲੋਏ। ਵਾਹਿਗੁਰੂ ਦਾ ਨਾਮ ਰੂਪੀ ਰਤਨ ਹੈ, ਜਿਸ ਦਾ ਸਾਰੇ ਸੰਸਾਰ ਦੇ ਵਿੱਚ, ਲੋਏ ਦਾ ਅਰਥ ਹੈ ਚਾਨਣ ਹੋ ਰਿਹਾ ਹੈ। ਵਾਹਿਗੁਰੂ ਦਾ ਨਾਮ ਰਤਨ ਵਾਂਗ ਹੈ, ਜਿਸ ਦੀ ਮਹਿਮਾ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੋ ਰਹੀ ਹੈ। ਗੁਰਮੁਖ ਬਾਣੀ ਮੀਠੀ ਲਾਗੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਗੁਰਮੁਖ ਬਾਣੀ, ਵੀ ਜਿਹੜੀ ਗੁਰੂ ਦੇ ਮੁਖੋਂ ਨਿਕਲੀ ਹੋਈ ਬਾਣੀ ਹੈ, ਇਹ ਗੁਰਮੁਖਾਂ ਨੂੰ ਮਿੱਠੀ ਪਿਆਰੀ ਲੱਗਦੀ ਹੈ। ਅੰਤਰ ਬਿਗਸੈ ਆਂਦਨ ਲਿਵ ਲਾਗੇ। ਤੇ ਉਸ ਬਾਣੀ ਦੇ ਨਾਲ ਅੰਤਰ ਬਿਗਸੈ, ਉਹਨਾਂ ਦਾ ਅੰਦਰ ਹਿਰਦਾ ਰੂਪੀ ਕਮਲ ਵੀ ਖਿੜ ਜਾਂਦਾ ਹੈ। ਤੇ ਆਂਦਨ ਲਿਵ ਲਾਗੀ, ਦਿਨ ਰਾਤ ਉਹਨਾਂ ਦੀ ਲਿਵ, ਉਹਨਾਂ ਦੀ ਸੁਰਤ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲੱਗ ਜਾਂਦੀ ਹੈ। ਸਹਿਜੇ ਸੱਚ ਮਿਲਿਆ ਪ੍ਰਸਾਦੀ। ਫਿਰ ਸਹਿਜੇ ਸਹਿਜੇ ਭਾਵ ਮਨ ਦੀ ਸ਼ਾਂਤ ਅਵਸਥਾ ਦੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਹੋਇਆਂ ਉਹ ਸੱਚਾ ਮਾਲਕ ਵਾਹਿਗੁਰੂ ਪ੍ਰਸਾਦੀ, ਜੋ ਬਖਸ਼ਾਂ ਦਾ ਭੰਡਾਰ ਹੈ, ਦਿਆਲੂ ਤੇ ਕਿਰਪਾਲੂ ਹੈ, ਉਹ ਵੀ ਉਹਨਾਂ ਨੂੰ ਮਿਲ ਗਿਆ। ਸਹਿਜੇ ਸੱਚ ਮਿਲਿਆ ਪ੍ਰਸਾਦੀ। ਪ੍ਰਸਾਦ ਦਾ ਅਰਥ ਹੁੰਦਾ ਕਿਰਪਾ, ਤੇ ਪ੍ਰਸਾਦੀ ਦਾ ਅਰਥ ਹੈ ਕਿਰਪਾ ਕਰਨ ਵਾਲਾ, ਕਿਰਪਾ ਦਾ ਭੰਡਾਰ, ਮੇਰਾ ਦਾ ਸਾਈਂ। ਉਹ ਸੱਚਾ ਵਾਹਿਗੁਰੂ ਵੀ ਉਹਨਾਂ ਨੂੰ ਮਿਲ ਪਿਆ ਹੈ। ਸਤਿਗੁਰ ਪਾਇਆ ਪੂਰੇ ਵਡ ਭਾਗੀ। ਹਜ਼ੂਰ ਕਹਿੰਦੇ ਨੇ, ਪਹਿਲਾਂ ਵੱਡਿਆਂ ਭਾਗਾਂ ਦੇ ਨਾਲ ਪੂਰੇ ਸਤਿਗੁਰੂ ਨੂੰ ਉਹਨਾਂ ਨੇ ਪ੍ਰਾਪਤ ਕੀਤਾ। ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਜੇ ਆਪਾਂ ਇਹ ਸਾਰੇ ਅੰਕ ਦੀਆਂ 99 ਕਰਕੇ ਤੁਕਾਂ ਦੇ ਅਰਥ ਲਾਵਾਂਗੇ ਤਾਂ ਹੋਰ ਵੀ ਵਧੇਰੇ ਰਸਦਾਇਕ ਬਣ ਜਾਂਦੇ ਹਨ। ਸਤਿਗੁਰ ਪਾਇਆ ਪੂਰਾ ਵਡ ਭਾਗੀ, ਬਈ ਵੱਡਿਆਂ ਭਾਗਾਂ ਦੇ ਨਾਲ ਪੂਰੇ ਸਤਿਗੁਰੂ ਨੂੰ ਅਸਾਂ ਪ੍ਰਾਪਤ ਕੀਤਾ ਹੈ। ਤੇ ਫਿਰ ਕੀ ਹੋਇਆ? ਗੁਰਮੁਖ ਬਾਣੀ ਮਿੱਠੀ ਲੱਗੀ। ਉਸ ਗੁਰੂ ਦੇ ਮੁਖ ਤੋਂ ਉਚਾਰਨ ਕੀਤੀ ਬਾਣੀ ਸਾਨੂੰ ਬਹੁਤ ਮਿੱਠੀ ਲੱਗੀ। ਜਦੋਂ ਸਤਿਗੁਰੂ ਦੇ ਕੋਲ ਆਏ ਤੇ ਸਤਿਗੁਰੂ ਦੀ ਬਾਣੀ ਬੜੀ ਅੰਮ੍ਰਿਤ ਵਰਗੀ ਮਿੱਠੀ ਲੱਗੀ। ਤੇ ਫਿਰ ਉਸ ਅੰਮ੍ਰਿਤ ਬਾਣੀ ਦੇ ਨਾਲ ਅੰਦਨ ਲਿਵ ਲੱਗੀ। ਦਿਨ ਰਾਤ ਸਾਡੀ ਅੰਦਰੋਂ ਸੁਰਤ ਜੁੜ ਗਈ। ਅੰਤਰ ਬਿਕਸੈ, ਇਹਦੇ ਨਾਲ ਸਾਡਾ ਅੰਦਰ ਹਿਰਦਾ ਰੂਪੀ ਕਮਲ ਵੀ ਖੇੜੇ ਵਿੱਚ ਆ ਗਿਆ। ਤੇ ਫਿਰ ਹੋਰ ਕੀ ਲਾਭ ਹੋਇਆ? ਸਹਿਜੇ ਸੱਚ ਮਿਲਿਆ ਪ੍ਰਸਾਦੀ। ਸਹਿਜੇ ਦਾ ਅਰਥ ਹੈ ਆਤਮਕ ਅਡੋਲ ਅਵਸਥਾ ਨੂੰ ਪ੍ਰਾਪਤ ਕਰਕੇ, ਤੇ ਉਹ ਪ੍ਰਸਾਦੀ ਕਿਰਪਾ ਦਾ ਮਾਲਕ, ਕਿਰਪਾ ਦਾ ਘਰ ਸਤਿਗੁਰੂ ਵਾਹਿਗੁਰੂ ਪਰਮੇਸ਼ਰ ਵੀ ਮਿਲ ਗਿਆ। ਇਹ ਸਭ ਦਾਤਾਂ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੋਈਆਂ ਹਨ। ਹਉਮੈ ਮਮਤਾ ਦੁਰਮਤ ਦੁਖ ਨਾਸ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਬ ਹਿਰਦੈ ਰਾਮ ਨਾਮ ਗੁਣਤਾਸ। ਜਦੋਂ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ, ਗੁਣਤਾਸ ਜੋ ਗੁਣਾਂ ਦਾ ਖਜ਼ਾਨਾ, ਗੁਣਾਂ ਦਾ ਭੰਡਾਰ ਵਾਹਿਗੁਰੂ ਪਰਮੇਸ਼ਰ ਹੈ, ਜਦੋਂ ਉਸ ਦਾ ਨਾਮ ਹਿਰਦੇ ਵਿੱਚ ਵਸ ਗਿਆ, ਹਉਮੈ ਮਮਤਾ ਦੁਰਮਤ ਦੁਖ ਨਾਸ। ਉਸ ਨਾਮ ਦੇ ਵਸ ਜਾਣ ਦੇ ਨਾਲ ਹਉਮੈ ਵੀ ਤੇ ਮਮਤਾ ਜਿਹੜੀ ਝੂਠੀ ਮੇਰ ਤੇਰ ਸੀ ਤੇ ਖੋਟੀ ਮਤ ਤੇ ਦੁੱਖ ਸਾਰਾ ਨਾਸ ਹੋ ਗਿਆ। ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ। ਜਬ ਹਿਰਦੈ ਰਵਿਆ ਚਰਨ ਨਿਵਾਸ। ਇਹਨਾਂ ਪੰਕਤੀਆਂ ਦੇ ਵੀ 99 ਕਰਕੇ ਅਰਥ ਲੱਗ ਰਹੇ ਹਨ। ਹਜ਼ੂਰ ਕਹਿੰਦੇ ਨੇ, ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ, ਜਬ ਹਿਰਦੈ ਰਵਿਆ ਚਰਨ ਨਿਵਾਸ। ਜਦੋਂ ਸਾਡੇ ਹਿਰਦੇ ਵਿੱਚ ਭਈ ਵਾਹਿਗੁਰੂ ਦੇ ਚਰਨਾਂ ਦਾ ਨਿਵਾਸ, ਰਵਿਆ ਦਾ ਅਰਥ ਹੋ ਗਿਆ, ਜਦੋਂ ਉਸ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦਾ ਨਿਵਾਸ ਸਾਡੇ ਹਿਰਦੇ ਵਿੱਚ ਹੋ ਗਿਆ, ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ। ਫਿਰ ਪ੍ਰਭ ਜਾਸ ਵਾਹਿਗੁਰੂ ਦਾ ਜਾਸ, ਜਸ ਕਰਨ ਵਾਲੀ ਗੁਰੂ ਦੀ ਕਿਰਪਾ ਨਾਲ ਸ੍ਰੇਸ਼ਟ ਬੁੱਧੀ ਪ੍ਰਗਟ ਹੋ ਗਈ। ਸ੍ਰੇਸ਼ਟ ਬੁੱਧੀ ਕਿਹੜੀ ਹੁੰਦੀ ਹੈ? ਉਹ ਤੋਂ ਮਤ ਮੇਰਾ ਹਿਰਦਾ ਤੂੰ ਆਓ, ਤੇ ਆਵੋ ਗਾਵੋ ਗੁਣ ਗੋਬਿੰਦਾ, ਅਤ ਪ੍ਰੀਤਮ ਮੋਹ ਲਾਗੈ ਨਾਉ। ਇਹ ਹੈ ਸ੍ਰੇਸ਼ਟ ਬੁੱਧੀ। ਜਦੋਂ ਸਾਡੇ ਹਿਰਦੇ ਵਿੱਚ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਨਿਵਾਸ ਹੋ ਗਿਆ ਤੇ ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਦਾ ਜਸ ਕਰਨ ਵਾਲੀ ਉਹ ਨਿਰਮਲ ਬੁੱਧੀ ਵੀ ਪ੍ਰਗਟ ਹੋ ਗਈ। ਜਿਸ ਨਾਮ ਦੇ ਸੋਈ ਜਨ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਨਾਮ ਦੀ ਦਾਤ
ਉਹੀ ਜਨ ਪ੍ਰਾਪਤ ਕਰਦਾ ਹੈ ਜਿਸ ਨੂੰ ਵਾਹਿਗੁਰੂ ਪਰਮੇਸ਼ਰ ਆਪ ਦਿੰਦਾ ਹੈ। ਗੁਰਮੁਖ ਮੇਲੇ ਆਪ ਗਵਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਵ ਇਹ ਜਿਹੜੀ ਦਾਤ ਹੈ ਨਾ ਨਾਮ ਦੀ, ਜਿਸ ਨੂੰ ਵਾਹਿਗੁਰੂ ਦੇਵੇ ਉਹੀ ਜਨ ਪ੍ਰਾਪਤ ਕਰਦਾ ਹੈ। ਪ੍ਰਾਪਤ ਕਿਵੇਂ ਹੁੰਦੀ ਹੈ? ਗੁਰੂ ਦੀ ਕਿਰਪਾ ਨਾਲ। ਤੇ ਗੁਰਮੁਖ ਮੇਲੇ ਜਿਸ ਨੂੰ ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਆਪਣੇ ਨਾਲ ਮਿਲਣਾ ਚਾਹੁੰਦਾ ਹੈ, ਆਪ ਗਵਾਏ। ਉਹਦੇ ਮਨ ਦੇ ਵਿੱਚੋਂ ਆਪਾ ਭਾਵ ਹੰਕਾਰ ਗਵਾ ਦਿੰਦਾ ਹੈ। ਹਿਰਦੈ ਸਾਚਾ ਨਾਮ ਵਸਾਏ। ਤੇ ਫਿਰ ਉਹ ਗੁਰਮੁਖ ਵਿਅਕਤੀ ਜੋ ਗੁਰੂ ਦੇ ਪਾਸੋਂ ਨਾਮ ਮਿਲਿਆ ਹੁੰਦਾ ਹੈ, ਉਹ ਆਪਣੇ ਹਿਰਦੇ ਵਿੱਚ ਉਸ ਪ੍ਰਭੂ ਦੇ ਸੱਚੇ ਨਾਮ ਨੂੰ ਵਸਾ ਲੈਂਦਾ ਹੈ। ਨਾਨਕ ਸਹਿਜੇ ਸਾਚ ਸਮਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਸਹਿਜੇ ਦਾ ਅਰਥ ਹੈ ਬਈ ਗਿਆਨ ਦੁਆਰਾ, ਅਥਵਾ ਸਹਿਜੇ ਦਾ ਅਰਥ ਹੈ ਆਤਮਕ ਅਡੋਲ ਅਵਸਥਾ ਦੁਆਰਾ ਸਾਚ ਸਮਾਇਓ ਸਤਿ ਵਾਹਿਗੁਰੂ ਵਿੱਚ ਸਮਾ ਜਾਂਦਾ ਹੈ। ਗੌੜੀ ਮਹਲਾ ਤੀਜਾ। ਮਨ ਹੀ ਮਨ ਸਵਾਰਿਆ ਭੈ ਸਹਿਜ ਸੁਭਾਏ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਫੇਰ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ ਵੀ ਉਸ ਗੋਬਿੰਦ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਪਰਮੇਸ਼ਰ ਕਿਵੇਂ ਮਿਲ ਸਕਦਾ ਹੈ। ਤਾਂ ਹਜ਼ੂਰ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਇਸ ਸ਼ਬਦ ਦਾ ਕੇਂਦਰੀ ਭਾਵ ਪ੍ਰਗਟ ਕੀਤਾ ਹੈ।